ਮੋਦੀ ਜੀ ਨੂੰ ਥ੍ਰੈਟ ਕਿਵੇਂ ਹੋ ਗਈ ਜਿਹੜਾ ਇਹਨਾਂ ਨੇ ਕਿਹਾ ਕਿ ਮੈਂ ਜਾਨ ਬਚਾ ਕੇ ਆਇਆ ਹਾਂ। ਇੰਨੀ ਦੂਰ ਤੋਂ ਜਾਨ ਬਚਾ ਕੇ ਆਉਣੀ ਇਹ ਸਮਝ ਤੋਂ ਬਾਹਰ ਹੈ। ਮੋਦੀ ਜੀ ਦੀ ਰੈਲੀ ਹੋਵੇ ਔਰ ਪੰਡਾਲ ਬਿਲਕੁਲ ਖਾਲੀ ਹੋਵੇ, ਸੋ ਇਹ ਸਮਝ ਤੋਂ ਬਾਹਰ ਸੀ ਮੇਰੀ ਕਿ ਬੀਜੇਪੀ ਪੰਜਾਬ ਦੇ ਵਿੱਚ 5000 ਬੰਦਾ ਵੀ ਇਕੱਠਾ ਨਹੀਂ ਕਰ ਸਕੀ। ਬੀਜੇਪੀ ਦਾ ਪੰਜਾਬ ਵਿੱਚ ਕੋਈ ਬੇਸ ਨਹੀਂ ਹੈ। 20 ਸਾਲ ਪਹਿਲਾਂ ਵੀ ਨਹੀਂ ਸੀ ਆ ਸਕਦੀ, ਅੱਜ ਵੀ ਨਹੀਂ ਆ ਸਕਦੀ। ਇਹ ਜੋ ਮਰਜ਼ੀ ਆਪਣਾ ਮੋਬਿਲਾਈਜ਼ ਕਰ ਲੈਣ, ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਲੈਣ, ਉਹਨੇ ਵੰਡਣ ਦੀ ਕੋਸ਼ਿਸ਼। ਖਾਲੀ ਕੁਰਸੀਆਂ ਭਰਨ ਵਾਸਤੇ ਟਾਈਮ ਚਾਹੀਦਾ। ਹੁਣ ਮੋਦੀ ਜੀ ਸਡਨਲੀ ਆ ਕੇ ਫੈਸਲਾ ਕਰਦੇ ਹੈ ਜਾਂ ਉਹਨਾਂ ਨੂੰ ਕਿਹਾ ਜਾਂਦਾ ਬਠਿੰਡੇ ਪਹੁੰਚ ਕੇ ਬਈ ਮੌਸਮ ਖਰਾਬ ਹੈ। ਮੌਸਮ ਤਾਂ ਜਦੋਂ ਦਿੱਲੀ ਤੋਂ ਉੱਡੇ ਸੀ ਨਾ, ਉਦੋਂ ਵੀ ਪਤਾ ਸੀ ਖਰਾਬ ਹੈ। ਦਿੱਲੀ ਦੀਆਂ ਹੱਦਾਂ ਤੇ ਸਾਲ ਤੋਂ ਬਾਅਦ ਕਿਸਾਨ ਬੈਠੇ ਔਰ ਇੰਨਾ ਪੀਸਫੁਲ ਪ੍ਰੋਟੈਸਟ ਕਿਸੇ ਕਦੇ ਨਹੀਂ ਦੇਖਿਆ ਗਿਆ। ਉਹਨਾਂ ਹੀ ਕਿਸਾਨਾਂ ਤੋਂ ਪੀਐਮ ਨੂੰ ਖਤਰਾ ਕਿਵੇਂ ਹੋ ਗਿਆ? ਕੀ ਪੀਐਮ ਦੇ ਖਿਲਾਫ ਕਦੇ ਕਿਸੇ ਹੋਰ ਸਟੇਟ ਦੇ ਵਿੱਚ ਪ੍ਰੋਟੈਸਟ ਨਹੀਂ ਹੋਏ? ਕੀ ਕਦੇ ਕਿਸੇ ਪੀਐਮ ਨੂੰ ਆਪਣਾ ਰੂਟ ਨਹੀਂ ਬਦਲਣਾ ਪਿਆ? ਸੋ ਇਹ ਸਡਨਲੀ ਪੰਜਾਬ ਨੂੰ ਇੰਨਾ ਵਧਾ ਚੜਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ? ਇਹਨਾਂ ਦਾ ਭਵਿੱਖ ਪੰਜਾਬ ਵਿੱਚ ਕਦੇ ਵੀ ਨਹੀਂ ਸੀ। ਇਹ ਪਾਰਟੀ ਆਪਣੇ ਆਪ ਕਦੇ ਚੋਣਾਂ ਨਹੀਂ ਜਿੱਤੀ। ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ ਉਹਦੇ ਵਿੱਚੋਂ ਹੁਣ ਬੀਜੇਪੀ ਇੱਕ ਵਾਰੀ ਫਿਰ ਬਿਲਕੁਲ ਹੀ ਹਾਸ਼ੀਏ 'ਤੇ ਚਲੀ ਗਈ। ਕੈਪਟਨ ਸਾਹਿਬ ਸਿੱਧਾ ਹਿੱਟ ਹੋਏ ਆ, ਬੀਜੇਪੀ ਵੀ ਹਿੱਟ ਹੁੰਦੀ ਹੈ। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ। ਮੈਂ ਰਣਦੀਪ ਸਿੰਘ। ਫਿਰੋਜ਼ਪੁਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਹਲਚਲ ਸਿਆਸਤ ਦੇ ਵਿੱਚ ਬਹੁਤ ਵਧੀ ਹੋਈ ਹੈ। ਬੀਜੇਪੀ ਦੇ ਵੱਲੋਂ ਵੱਡੇ ਆਰੋਪ ਲਗਾਏ ਜਾ ਰਹੇ ਨੇ ਕਿ ਸੀਐਮ ਚੰਨੀ ਜਾਂ ਕਾਂਗਰਸ ਦੇ ਵੱਲੋਂ ਸਾਜ਼ਿਸ਼ ਕੀਤੀ ਗਈ ਹੈ ਇਸ ਰੈਲੀ ਨੂੰ ਰੱਦ ਕਰਨ ਦੇ ਲਈ। ਵੱਖ-ਵੱਖ ਚਰਚਾਵਾਂ ਨੇ। ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਤੁਹਾਡੀ ਕੀ ਰਾਏ ਹੈ ਇਸ ਸੰਬੰਧ ਦੇ ਵਿੱਚ? ਬੀਜੇਪੀ ਲਗਾਤਾਰ ਕਹਿ ਰਹੀ ਹੈ ਕਿ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਹੋਈ ਹੈ ਉਸ ਦੇ ਪਿੱਛੇ ਪੰਜਾਬ ਕਾਂਗਰਸ ਦਾ ਵੀ ਹੱਥ ਹੈ ਤੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪਿੱਛੇ ਹਾਈ ਕਮਾਂਡ ਦੀ ਵੀ ਵੱਡੀ ਸਾਜ਼ਿਸ਼ ਹੈ। ਤੁਹਾਡੀ ਕੀ ਰਾਏ ਹੈ? ਜਿਹੜੀ ਕੋਤਾਹੀ ਹੈ ਇਹ ਤਾਂ ਸਰਕਾਰ ਨੇ ਸਵੇਰੇ ਕਮੇਟੀ ਬਣਾਈ ਹੈ, ਉਹ ਪ੍ਰੂਵ ਕਰੂਗੀ। ਤੇ ਕਹਿਣਾ ਵੀ ਕਾਂਗਰਸ ਦਾ ਡਿਜ਼ਾਈਨ ਹੈ, ਇਹ ਤਾਂ ਮੇਰੇ ਸਮਝ ਤੋਂ ਬਾਹਰ ਹੈ। ਕਿਉਂਕਿ ਕਾਂਗਰਸ ਨੇ ਤਾਂ ਇਹ ਰੈਲੀ ਬੀਜੇਪੀ ਦੀ ਜਾਂ ਪੀਐਮ ਦੀ ਵਿਜ਼ਿਟ ਪਲਾਨ ਨਹੀਂ ਕੀਤੀ। ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਮੈਂ ਬੇਸਿਕ ਤੋਂ ਸ਼ੁਰੂ ਕਰਦਾ ਕਿ ਕਿਸਾਨ ਜਿਹੜਾ ਪ੍ਰੋਟੈਸਟ ਸੀ ਉਸ ਥਾਂ ਤੋਂ ਜਿੱਥੇ ਮੋਦੀ ਜੀ ਰੁਕੇ ਆ ਕੇ ਕੋਈ 500 ਮੀਟਰ ਤੋਂ ਅੱਗੇ ਸੀ ਜਾ ਕੇ, ਤੇ ਉਹ ਮੋਦੀ ਜੀ ਨੂੰ ਥ੍ਰੈਟ ਕਿਵੇਂ ਹੋ ਗਈ ਜਿਹੜਾ ਇਹਨਾਂ ਨੇ ਕਿਹਾ ਕਿ ਮੈਂ ਜਾਨ ਬਚਾ ਕੇ ਆਇਆ ਹਾਂ। ਇੰਨੀ ਦੂਰ ਤੋਂ ਜਾਨ ਬਚਾ ਕੇ ਆਉਣੀ ਇਹ ਸਮਝ ਤੋਂ ਬਾਹਰ ਹੈ। ਔਰ ਇਹਨਾਂ ਦਾ ਕਾਫਲੇ ਨੂੰ ਰੋਕਿਆ, ਜਿਹੜੇ ਪੰਜਾਬ ਪੁਲਿਸ ਅੱਗੇ ਲੱਗੀ ਸੀ ਉਹਨਾਂ ਨੇ ਹੀ ਰੋਕਿਆ ਸੀ। ਤੇ ਉਹਨਾਂ ਨੇ ਕਿਹਾ ਵੀ ਅੱਗੇ ਬਲੋਕੇਡ ਹੈ ਤੇ ਸਾਨੂੰ 15 ਮਿੰਟ ਦਿਓ, ਅਸੀਂ ਕਲੀਅਰ ਕਰ ਦਈਏ। ਤੇ ਉਹ ਕਿਵੇਂ ਬਲੋਕੇਡ ਹੋਈ ਉਹ ਹੁਣ ਡਿਟੇਲ ਸਾਰੀ ਆ ਚੁੱਕੀ ਹੈ। ਕਿਸਾਨਾਂ ਨੇ ਫਿਰੋਜ਼ਪੁਰ ਜਾ ਰਹੇ ਸੀ, ਉਹਨਾਂ ਦਾ ਉੱਥੇ ਧਰਨਾ ਲਾਉਣ ਦਾ ਕੋਈ ਇਰਾਦਾ ਨਹੀਂ ਸੀਗਾ। ਜਦੋਂ ਪੁਲਿਸ ਨੇ ਉਹਨਾਂ ਨੂੰ ਉੱਥੋਂ ਰੋਕਿਆ ਅੱਗੇ ਵਧਣ ਤੋਂ, ਉਹਨਾਂ ਨੇ ਕਿਹਾ ਪੁਲਿਸ ਨੇ ਕਿ ਇੱਥੇ ਪੀਐਮ ਦੇ ਕਾਫਲਾ ਆ ਰਿਹਾ। ਤੇ ਉਹ ਉੱਥੋਂ ਰੁਕੇ ਤੇ ਉੱਥੇ ਜਾਮ ਲੱਗ ਗਿਆ। ਅਸਲੀ ਸਿਚੁਏਸ਼ਨ ਤਾਂ ਇਹ ਹੈ। ਤੇ ਮੋਦੀ ਜੀ ਉੱਥੋਂ ਵਾਪਸ ਆ ਗਏ। ਸੋ ਇਹ ਜਾਨ ਦਾ ਖਤਰਾ ਮੇਰੀ ਸਮਝ ਤੋਂ ਬਾਹਰ ਹੈ। ਲੇਕਿਨ ਇੱਕ ਗੱਲ ਜ਼ਰੂਰ ਸਮਝ ਆਉਂਦੀ ਹੈ ਕਿ ਜਦੋਂ ਮੋਦੀ ਜੀ ਲੈਂਡ ਕਰਦੇ ਆ ਬਠਿੰਡੇ ਤੇ ਜੋ ਕੁਛ ਟੀਵੀ ਤੇ ਦਿਖਾਇਆ ਜਾ ਰਿਹਾ ਸੀ ਉਹ ਤਾਂ ਬੜਾ ਸਪਸ਼ਟ ਸੀ ਕਿ ਸਾਰਾ ਪੰਡਾਲ ਖਾਲੀ ਪਿਆ। ਮੋਦੀ ਜੀ ਦੀ ਰੈਲੀ ਹੋਵੇ ਔਰ ਪੰਡਾਲ ਬਿਲਕੁਲ ਖਾਲੀ ਹੋਵੇ, ਸੋ ਇਹ ਸਮਝ ਤੋਂ ਬਾਹਰ ਸੀ ਮੇਰੀ ਕਿ ਬੀਜੇਪੀ ਪੰਜਾਬ ਦੇ ਵਿੱਚ 5000 ਬੰਦਾ ਵੀ ਇਕੱਠਾ ਨਹੀਂ ਕਰ ਸਕੀ। ਮੈਂ ਇਹ ਵੀ ਮੰਨ ਕੇ ਚੱਲਦਾ ਕਿ ਕਿਸਾਨਾਂ ਨੇ ਹਾਈਵੇ ਬਲਾਕ ਕੀਤੇ ਹੋਏ ਸੀ ਆਸੇ ਪਾਸੇ ਦੇ, ਤਾਂ ਕਿ ਇਹਨਾਂ ਦੇ ਵਰਕਰ ਤੇ ਹੋਰ ਲੋਕ ਨਾ ਪਹੁੰਚ ਸਕਣ। ਮੈਂ ਥੋੜ੍ਹਾ ਜਿਹਾ ਇੱਥੇ ਗੱਲ ਟੋਕਦਾ, ਫਿਰ ਤੁਸੀਂ ਆਪਣੀ ਗੱਲ ਜਾਰੀ ਰੱਖਿਓ। ਇਸ ਦੇ ਨਾਲ ਹੀ ਜੁੜਦਾ ਸਵਾਲ ਹੈ, ਅੱਜ ਬੀਜੇਪੀ ਨੇ ਪ੍ਰੈਸ ਕਾਨਫਰੰਸ ਕੀਤੀ। ਜੋ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਦਾ ਕਹਿਣਾ ਹੈ ਕਿ
ਪੰਜਾਬ ਕਾਂਗਰਸ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਦੇ ਵੱਲੋਂ ਉਹਨਾਂ ਦੇ ਜਿਹੜੇ ਕਾਰਜਕਰਤਾ ਸੀਗੇ, ਉਹਨਾਂ ਦੇ ਵਰਕਰ ਸੀ, ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਬੱਸਾਂ ਜਾ ਰਹੀਆਂ ਸਨ। ਨਹੀਂ, ਇਹ ਜਿਹੜੀ ਸਿਆਸੀ ਦੂਸ਼ਣਬਾਜ਼ੀ ਹੈ, ਮੈਂ ਇਹਦੇ ਵਿੱਚ ਨਹੀਂ ਪੈਂਦਾ। ਮੇਰਾ ਕੰਮ ਨਹੀਂ ਹੈ ਉਹਨਾਂ ਦਾ ਜਵਾਬ ਦੇਣਾ ਕਿ ਬੀਜੇਪੀ ਕੀ ਕਹਿ ਰਹੀ ਹੈ ਤੇ ਕਾਂਗਰਸ ਕੀ ਕਹਿ ਰਹੀ ਹੈ। ਹਾਂਜੀ, ਇਹ ਕਾਂਗਰਸ ਦਾ ਕੋਈ ਸਪੋਕਸਮੈਨ ਉਹ ਜਵਾਬ ਦੇਵੇ। ਇਹ ਸਭ ਨੂੰ ਪਤਾ ਹੈ ਕਿ ਕਿਸਾਨਾਂ ਨੇ ਕਾਲ ਦਿੱਤੀ ਹੋਈ ਸੀ। ਜਦੋਂ PM ਦੀ ਵਿਜਟ ਦਾ ਅਨਾਉਂਸਮੈਂਟ ਹੁੰਦੀ ਹੈ ਰੈਲੀ ਦੀ, ਨਾਲ ਹੀ ਕਿਸਾਨ ਸੰਗਠਨ ਆਪਣੀ ਮੀਟਿੰਗ ਕਰਕੇ ਆਪਣੀ ਕਾਲ ਦੇ ਦਿੰਦੇ ਆ। ਉਹਨਾਂ ਨੇ ਕਿਹਾ ਵੀ ਅਸੀਂ ਪ੍ਰੋਟੈਸਟ ਕਰਨੇ ਆ, ਤੇ ਇਹ ਵੀ ਕਿਹਾ ਵੀ ਅਸੀਂ ਇਹਨਾਂ ਨੂੰ ਜਾਣ ਤੋਂ ਰੋਕਾਂਗੇ। ਇਹ ਤਾਂ ਨੌਨ ਸੀ ਸਾਰੀ ਗੱਲ ਜੀ। ਸੋ ਉਹਨਾਂ ਨੇ ਰੋਕੇ। ਮੇਰੀ ਕੰਟੈਂਸ਼ਨ ਸਿਰਫ ਇੰਨੀ ਕੁ ਹੈ ਕਿ ਕੀ ਫਿਰੋਜ਼ਪੁਰ, ਜਿੱਥੋਂ BJP ਇਲੈਕਸ਼ਨ ਜਿੱਤਦੀ ਰਹੀ ਹੈ, ਉੱਥੋਂ ਸ਼ਹਿਰ ਦੇ ਵਿੱਚੋਂ 2 ਸ਼ਹਿਰ ਹੈ, ਫਿਰੋਜ਼ਪੁਰ ਸਿਟੀ ਤੇ ਫਿਰੋਜ਼ਪੁਰ ਕੈਂਟ, ਕਿ ਇਹ 5000 ਬੰਦਾ ਵੀ ਮੋਬਿਲਾਈਜ਼ ਨਹੀਂ ਕਰ ਸਕੇ PM ਦੀ ਰੈਲੀ ਵਾਸਤੇ? ਜੇ 5000 ਬੰਦਾ ਵੀ ਬੈਠਾ ਹੋਵੇ ਤਾਂ ਥੋੜ੍ਹੀ ਜਿਹੀ ਰਿਸਪੈਕਟੇਬਿਲਿਟੀ ਬਣਦੀ ਹੈ। ਇਹ ਤਾਂ ਕੁਰਸੀਆਂ ਸਾਰੀਆਂ ਖਾਲੀ ਪਈਆਂ ਸੀਗੀਆਂ। ਹਾਂਜੀ, ਸੋ ਅਸਲੀ ਇਸ਼ੂ ਇਹ ਹੈ ਕਿ ਕਿਵੇਂ ਇਸ ਗੱਲ ਨੂੰ ਅਵੋਇਡ ਕੀਤਾ ਜਾਵੇ ਰੈਲੀ 'ਤੇ ਪਹੁੰਚਣ ਨੂੰ। ਮੇਰੇ ਖਿਆਲ ਦੇ ਵਿੱਚ ਖਾਲੀ ਕੁਰਸੀਆਂ ਭਰਨ ਵਾਸਤੇ ਟਾਈਮ ਚਾਹੀਦਾ ਹੈ। ਹੁਣ ਮੋਦੀ ਜੀ ਸਡਨਲੀ ਆ ਕੇ ਫੈਸਲਾ ਕਰਦੇ ਹੈ, ਜਾਂ ਉਹਨਾਂ ਨੂੰ ਕਿਹਾ ਜਾਂਦਾ ਬਠਿੰਡੇ ਪਹੁੰਚ ਕੇ ਬਈ ਮੌਸਮ ਖਰਾਬ ਹੈ। ਮੌਸਮ ਤਾਂ ਜਦੋਂ ਦਿੱਲੀ ਤੋਂ ਉੱਡੇ ਸੀ ਨਾ, ਉਦੋਂ ਵੀ ਪਤਾ ਸੀ ਖਰਾਬ ਹੈ। ਅੱਜ ਕੱਲ੍ਹ ਤਾਂ ਮੌਸਮ ਸਧਾਰਨ ਬੰਦੇ ਨੂੰ ਵੀ ਪਤਾ ਹੁੰਦਾ ਹੈ ਹਫ਼ਤਾ ਪਹਿਲਾਂ ਬਈ ਕੀ ਡਿਵੈਲਪਮੈਂਟਸ ਹੋਣੀਆਂ ਮੌਸਮ ਦੀਆਂ, ਹਰ ਇੱਕ ਦੇ ਮੋਬਾਈਲ 'ਤੇ ਆ ਜਾਂਦਾ ਹੈ। ਸੋ ਇਹ ਕੋਈ ਖਾਸ ਗੱਲ ਨਹੀਂ ਹੈ ਕਿ ਮੌਸਮ ਜਦੋਂ ਲੈਂਡ ਕੀਤਾ ਤਾਂ ਇਹ ਪਤਾ ਲੱਗਿਆ ਵੀ ਖਰਾਬ ਸੀ, ਉਹ ਤਾਂ ਪਹਿਲਾਂ ਪਤਾ ਸੀ। ਮਤਲਬ ਇਸ ਦੇ ਵਿੱਚ ਕਿਤੇ ਨਾ ਕਿਤੇ BJP ਦੀ ਵੀ ਇਹ ਰਣਨੀਤੀ ਸੀ ਕਿ ਇਸ ਤਰ੍ਹਾਂ ਹੋਵੇ? ਨਹੀਂ, ਮੈਂ ਇਸ ਗੱਲ ਦਾ ਦੂਸ਼ਣਬਾਜ਼ੀ 'ਚ ਬਿਲਕੁਲ ਨਹੀਂ ਪੈ ਰਿਹਾ। ਹਾਂਜੀ, ਇਹ ਮੈਂ ਇਸ ਗੱਲ 'ਤੇ ਪੈਂਦਾ ਹੀ ਨਹੀਂ ਹੁੰਦਾ ਕਦੇ ਵੀ। ਮੈਂ ਸਿਰਫ ਜੋ ਕੁਛ ਹੋਇਆ ਮੈਂ ਉਹ ਸਟੇਟ ਫੈਕਟ ਕਰੂੰਗਾ। ਫੈਕਟ ਜੋ ਸਾਹਮਣੇ ਨਜ਼ਰ ਆ ਰਿਹਾ, ਮੌਸਮ ਦਾ ਸਭ ਨੂੰ ਪਤਾ ਹੁੰਦਾ ਜੀ। ਕਿਸ ਤਰ੍ਹਾਂ ਦੇ ਹਵਾਈ ਜਹਾਜ਼ ਯੂਜ਼ ਕਰਨੇ ਪਹਿਲਾਂ ਪਤਾ ਹੁੰਦਾ। PM ਦਾ ਜਿਹੜਾ ਪ੍ਰੋਗਰਾਮ ਹੈ ਉਹ SPG ਵਾਲੇ ਫਾਈਨਲਾਈਜ਼ ਕਰਦੇ ਹੈ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਸਟੇਟ ਗੌਰਮੈਂਟ ਕਿਵੇਂ ਕਰਨਾ ਹੈ, ਹੋਰ ਏਜੰਸੀਆਂ ਨਾਲ ਕਿਵੇਂ ਕਰਨਾ ਹੈ ਕੋਆਰਡੀਨੇਟ, ਉਹ ਉਹਨਾਂ ਦਾ ਪਲਾਨ ਹੈ। ਉਹਨਾਂ ਨੇ ਕਿਵੇਂ ਸਡਨਲੀ ਅਲਾਉ ਕਰਤਾ SPG ਨੇ PM ਨੂੰ ਬਾਈ ਰੋਡ ਜਾਣਾ, ਜੇ ਸੜਕ ਸੈਨੀਟਾਈਜ਼ ਹੀ ਨਹੀਂ ਸੀ? ਉਹਨਾਂ ਨੂੰ ਉੱਥੇ ਰੋਕਦੇ ਪਹਿਲਾਂ ਤਾਂ। ਹਾਂਜੀ, ਇਹ ਟੈਕਨੀਕਲਿਟੀ ਹੈ, ਇਹਦਾ ਜਵਾਬ ਤਾਂ ਪ੍ਰੂਫ ਦੇ ਵਿੱਚ ਹੀ ਆਏਗਾ। ਗੱਲ ਤਾਂ ਇਹ ਹੈ, ਮੈਂ ਬੇਸਿਕ ਕੰਟੈਂਸ਼ਨ ਮੈਂ ਫਿਰ ਰਿਪੀਟ ਕਰਦਾ ਹਾਂ ਕਿ 500 ਮੀਟਰ ਦੂਰ ਕਿਸਾਨ ਬੈਠੇ ਹੈ। ਇਹ ਉਹ ਸੰਘਰਸ਼ ਹੈ ਜਿਹੜਾ ਹਿੰਦੁਸਤਾਨ ਵਿੱਚ ਸਭ ਤੋਂ ਪੀਸਫੁਲ ਰਿਹਾ। 1 ਸਾਲ ਐਡਾ ਲੰਬਾ ਸੰਘਰਸ਼ ਤਾਂ 1.25 ਸਾਲ ਦੇ ਆਲਮੋਸਟ ਚੱਲਿਆ ਹੈ। ਦਿੱਲੀ ਦੀਆਂ ਹੱਦਾਂ 'ਤੇ ਸਾਲ ਤੋਂ ਵੱਧ ਕਿਸਾਨ ਬੈਠੇ, ਔਰ ਇੰਨਾ ਪੀਸਫੁਲ ਪ੍ਰੋਟੈਸਟ ਕਿਸੇ ਕਦੇ ਨਹੀਂ ਦੇਖਿਆ ਗਿਆ। ਉਹਨਾਂ ਹੀ ਕਿਸਾਨਾਂ ਤੋਂ PM ਨੂੰ ਖਤਰਾ ਕਿਵੇਂ ਹੋ ਗਿਆ? ਸੋ ਇਹ ਜਵਾਬ, ਇਹ ਪੋਲੀਟੀਕਲ ਆਸਪੈਕਟ ਇਹਦਾ ਇਹ ਹੈ ਕਿ ਕਿਤੇ ਨਾ ਕਿਤੇ ਕੋਈ ਹੋਰ ਗੱਲ ਹੈਗੀ। 500 ਮੀਟਰ ਦੂਰ ਕਿਸਾਨ ਖੜ੍ਹੇ ਹੋਣ, ਉਹਨਾਂ ਨੂੰ ਪੁਲਿਸ ਨੇ ਰੋਕਿਆ ਹੋਵੇ, ਉਹਨਾਂ ਨੇ ਧਰਨਾ ਨਾ ਮਾਰਿਆ ਹੋਵੇ। ਉਹਨਾਂ ਨੂੰ ਤਾਂ ਬਾਅਦ ਪਤਾ ਲੱਗਦਾ, ਕਹਿੰਦੇ ਵੀ ਭਾਈ PM, ਸਾਨੂੰ ਪਤਾ ਲੱਗਿਆ ਵੀ 3 ਵਜੇ ਤੋਂ ਬਾਅਦ ਕਿ PM ਮੁੜ ਗਏ ਸੜਕ ਤੋਂ ਆ ਕੇ। ਹਾਂਜੀ, ਇਹ ਕਹਿੰਦੇ ਵੀ ਸਡਨਲੀ ਆ ਕੇ ਉਹਨਾਂ ਨੇ ਬਲਾਕ ਕੀਤਾ। ਉਹ ਜੋ ਫੈਕਟ ਸਾਹਮਣੇ ਹੈਗੇ ਆ, ਜੋ TV 'ਤੇ ਨਜ਼ਰ ਆ ਰਿਹਾ ਹੈ, ਉਹਦੇ ਨਾਲ ਮੇਲ ਨਹੀਂ ਖਾਂਦਾ ਸਾਰਾ ਕੁਛ। ਕਿਸਾਨ ਜਥੇਬੰਦੀਆਂ ਦੇ ਉੱਪਰ ਵੀ ਲੋਕ ਸਵਾਲ ਚੁੱਕ ਰਹੇ ਨੇ। ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਸਾਲ ਤੋਂ ਉੱਪਰ ਦਾ ਸਮਾਂ ਕਿਸਾਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਸੰਘਰਸ਼ ਲੜਿਆ ਤੇ ਜਿੱਤਿਆ। ਹੁਣ ਜਦੋਂ ਜਿੱਤ ਹੋ ਗਈ ਸੀ, ਸਵਾਲ ਇਹ ਉੱਠ ਰਹੇ ਨੇ ਕਿ ਕੀ ਹੁਣ PM ਮੋਦੀ ਦੀ ਰੈਲੀ ਮੌਕੇ 'ਤੇ ਇਸ ਤਰ੍ਹਾਂ ਘਿਰਾਓ ਕਰਨਾ ਜਾਇਜ਼ ਸੀ? ਤੁਹਾਡੀ ਕੀ ਰਾਏ ਹੈ ਇਸ ਬਾਰੇ? ਸੰਘਰਸ਼ ਖਤਮ ਨਹੀਂ ਹੋਇਆ, ਸਸਪੈਂਡ ਹੋਇਆ। ਇੱਕ ਮੰਗ ਮੰਨੀ ਗਈ ਹੈ, ਜਦੋਂ ਉਸ ਸੰਘਰਸ਼ ਦੇ ਦੌਰਾਨ ਹੋਰ ਜੋ ਕੁਛ ਵਾਪਰਿਆ ਉਹਦੇ ਨਾਲ ਸੰਬੰਧਿਤ ਜਿੰਨੇ ਇਸ਼ੂਜ਼ ਹੈ ਉਹ ਉਸ ਤਰ੍ਹਾਂ ਹੀ ਕਾਇਮ ਹੈ। ਲਖੀਮਪੁਰ ਖੇੜੀ, ਹੁਣ ਇਹ ਕਦੇ ਕਿਸੇ ਮੁਲਕ ਛੋੜ, ਡੈਮੋਕ੍ਰੇਸੀ ਹੈ, ਜੇ ਅਸਲੀ ਡੈਮੋਕ੍ਰੇਸੀ ਹੋਵੇ ਕਿ ਉਸ ਡੈਮੋਕ੍ਰੇਸੀ ਦੇ ਵਿੱਚ ਉਹ ਮਿਨਿਸਟਰ ਜਿਹਦੇ ਬੇਟੇ ਨੇ ਪਲਾਨ ਕਰਕੇ ਕਿਸਾਨਾਂ 'ਤੇ ਗੱਡੀ ਚੜਾਈ ਹੋਵੇ ਤੇ 4-5 ਬੰਦੇ ਦਰੜੇ ਹੋਣ, ਕਿ ਉਹਨੂੰ ਕੈਬਨਿਟ ਵਿੱਚ ਰੱਖਿਆ ਜਾਏਗਾ? ਜੇ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦਾ ਕੋਈ ਹੋਵੇ ਮੰਤਰੀ, ਕੀ ਉਹ ਕੈਬਨਿਟ ਦੇ ਵਿੱਚ ਰਹਿ ਸਕੇਗਾ? ਸੋ ਜਦ ਤੱਕ ਉਸ ਇਸ਼ੂ 'ਤੇ ਸਜ਼ਾ ਨਹੀਂ ਮਿਲਦੀ ਦੋਸ਼ੀਆਂ ਨੂੰ, ਡਿਮਾਂਡ ਤਾਂ ਖੜੀ ਹੈ। MSP ਦੀ ਡਿਮਾਂਡ ਵੀ ਖੜੀ ਹੈ, ਹੋਰ ਵੀ ਇਸ਼ੂਜ਼ ਖੜੇ ਹੈ।
ਸੋ ਡੈਮੋਕ੍ਰੇਸੀ 'ਚ ਪ੍ਰੋਟੈਸਟ ਕਰਨਾ ਹਰ ਇਨਸਾਨ ਦਾ ਰਾਈਟ ਹੈ। ਜਾਂ ਤਾਂ ਅਸੀਂ ਮੰਨ ਕੇ ਚੱਲੀਏ ਵੀ ਸਾਡੀ ਡੈਮੋਕ੍ਰੇਸੀ ਅਸਲੀ ਡੈਮੋਕ੍ਰੇਸੀ ਨਹੀਂ ਹੈ। ਜੇ ਡੈਮੋਕ੍ਰੇਸੀ ਹੈ ਤਾਂ ਲੋਕਾਂ ਨੂੰ ਪ੍ਰੋਟੈਸਟ ਕਰਨ ਦਾ ਰਾਈਟ ਹੈ, ਭਾਵੇਂ PM ਹੋਵੇ ਜਾਂ ਕੋਈ ਹੋਰ ਹੋਵੇ। ਕੀ PM ਦੇ ਖਿਲਾਫ ਕਦੇ ਕਿਸੇ ਹੋਰ ਸਟੇਟ ਦੇ ਵਿੱਚ ਪ੍ਰੋਟੈਸਟ ਨਹੀਂ ਹੋਏ? ਕੀ ਕਦੇ ਕਿਸੇ PM ਨੂੰ ਆਪਣਾ ਰੂਟ ਨਹੀਂ ਬਦਲਣਾ ਪਿਆ? ਸੋ ਇਹ ਸਡਨਲੀ ਪੰਜਾਬ ਨੂੰ ਇੰਨਾ ਵਧਾ ਚੜਾ ਕੇ ਕਿਉਂ ਪੇਸ਼ ਕੀਤਾ ਜਾ ਰਿਹਾ? ਇਹ ਫਿਰ ਮੈਂ ਵਾਰ-ਵਾਰ ਕਹਿੰਦਾ, ਬੇਸਿਕ ਜਿਹੜੀ ਗੱਲ ਹੈ ਉਹ ਖਾਲੀ ਕੁਰਸੀਆਂ ਹੈ। ਉਹਨੂੰ ਖਾਲੀ ਕੁਰਸੀਆਂ ਨੂੰ ਕਿਵੇਂ ਢਕਣਾ ਹੈ, ਇਹ ਹੁਣ ਸਾਰਾ ਉਹ ਨੈਰੇਟਿਵ ਸਿਰਜਿਆ ਜਾ ਰਿਹਾ। PM ਦੀ ਸਿਕਿਉਰਿਟੀ 'ਤੇ ਸੈਂਕੜੇ ਕਰੋੜ ਰੁਪਇਆ ਖਰਚ ਹੁੰਦਾ। ਹਾਂਜੀ, ਕਿੰਨਾ ਵੱਡਾ ਇੰਤਜ਼ਾਮ ਹੁੰਦਾ। ਕਿਸੇ ਡੈਮੋਕ੍ਰੇਸੀ ਦੇ ਵਿੱਚ ਕੀ ਕਿਸੇ ਲੀਡਰ ਦੀ ਸਿਕਿਉਰਿਟੀ ਇਸ ਲੈਵਲ ਦੀ ਹੁੰਦੀ ਹੈ? ਅਮਰੀਕਾ ਦੇ ਪ੍ਰਧਾਨ ਨੂੰ ਛੱਡ ਦਿਓ, ਉੱਥੇ ਗੱਲ ਹੋਰ ਹੈਗੀ ਹੈ। ਕੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਇਹੋ ਜਿਹੀ ਹੈ? ਉਹ ਤਾਂ ਪ੍ਰਧਾਨ ਮੰਤਰੀ ਲੋਕਾਂ ਦੇ ਚਾਅ ਤੁਰੇ ਫਿਰਦੇ ਆ। ਇੰਗਲੈਂਡ ਦਾ ਪ੍ਰਧਾਨ ਮੰਤਰੀ ਆਮ ਲੋਕਾਂ 'ਚ ਤੁਰਿਆ ਫਿਰਦਾ। ਯੂਰਪ ਦੇ ਹੋਰ ਮੁਲਕ ਲੈ ਲਓ, ਜਿਨ੍ਹਾਂ ਦੇ ਪ੍ਰਧਾਨ ਮੰਤਰੀ ਆਪ ਪੈਦਲ ਲੋਕਾਂ 'ਚ ਤੁਰੇ ਫਿਰਦੇ ਆ। ਸਾਡਾ ਪ੍ਰਧਾਨ ਮੰਤਰੀ ਜਾਂ ਪਾਕਿਸਤਾਨ ਜਾਂ ਅਮਰੀਕਾ, ਇਹ ਕੁਛ ਮੁਲਕ ਹੈਗੇ ਆ ਜਿੱਥੇ ਇੰਨਾ ਖਰਚਾ ਸਿਕਿਉਰਿਟੀ ਦਾ ਹੁੰਦਾ ਹੈ। ਅਸੀਂ ਤਾਂ ਦੋਵੇਂ ਗੁਲਾਮ ਨੇਸ਼ਨਸ ਰਹੇ ਹਾਂ, ਪਾਕਿਸਤਾਨ ਅਤੇ ਹਿੰਦੁਸਤਾਨ, ਇੱਕੋ ਹੀ ਗੱਲ ਸੀਗੀ। ਸੋ ਉਹ ਸਾਨੂੰ ਇਹ ਰੀਥਿੰਕ ਕਰਨਾ ਪਏਗਾ ਵੀ ਅਸੀਂ ਇਹ ਸਾਰਾ ਕੁਛ ਕਿਸ ਪਾਸੇ ਲੈ ਕੇ ਜਾ ਰਹੇ ਹਾਂ। ਕਿ ਇਹ ਡੈਮੋਕ੍ਰੇਸੀ ਵਾਸਤੇ ਇੱਕ ਜਾਇਜ਼ ਹੈ? ਔਰ ਜੇ ਇੰਨੇ ਸੈਂਕੜੇ ਕਰੋੜ ਰੁਪਇਆ ਖਰਚਣ ਤੋਂ ਬਾਅਦ PM ਕਿਸੇ ਸਟੇਟ ਦੇ ਵਿੱਚ ਆ ਕੇ ਇਹ ਕਵੇ ਕਿ ਮੈਂ ਉੱਥੋਂ ਜਾਨ ਬਚਾ ਕੇ ਆਇਆ, ਅਤੇ ਇਹ ਬੜੀ ਅਜੀਬ ਗੱਲ ਲੱਗਦੀ ਹੈ। ਔਰ ਉਹ ਵੀ ਉਸ ਸਟੇਟ ਤੋਂ ਜਿਹਨੇ ਇਸ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ, ਔਰ ਜਿੱਥੋਂ ਦੇ ਲੋਕਾਂ ਨੇ ਹੁਣ ਹੀ ਇੱਕ ਬਹੁਤ ਹੀ ਸ਼ਾਂਤੀਪੂਰਨ ਢੰਗ ਨਾਲ ਚਲਾਈ ਐਜੀਟੇਸ਼ਨ ਕਾਮਯਾਬ ਕੀਤੀ ਹੋਵੇ। BJP ਵਾਰ-ਵਾਰ ਕਹਿ ਰਹੀ ਹੈ ਕਿ ਜਿਹੜਾ ਇਹ ਦਿਨ ਸੀ ਜਦੋਂ PM ਮੋਦੀ ਨੂੰ ਵਾਪਸ ਮੁੜਨਾ ਪੈਂਦਾ, ਇਹ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ। ਉਸੇ ਰੈਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੋਲਦੇ ਨੇ, ਕਾਂਗਰਸ ਦੇ ਉੱਪਰ ਨਿਸ਼ਾਨੇ ਸਾਧਦੇ ਨੇ, ਨਾਲ ਰਾਸ਼ਟਰਪਤੀ ਰਾਜ ਦੀ ਮੰਗ ਕਰ ਲੈਂਦੇ ਨੇ। ਇਹ ਕਿੰਨਾ ਕੁ ਜਾਇਜ਼ ਲੱਗਦਾ ਹੈ? ਇਹੋ ਜਿਹਾ ਮਾਹੌਲ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਦੀ ਮੰਗ ਕਰ ਲੈਣੀ ਚਾਹੀਦੀ ਹੈ? ਸਰਕਾਰ ਤਾਂ 5-7 ਦਿਨ ਦੀ ਰਹਿ ਗਈ ਸੀ। ਨਹੀਂ, ਇਹ ਲੋਕ ਤਾਂ ਆਪਣੀ ਸਿਆਸਤ ਕਰ ਰਹੇ ਆ। ਮੈਂ ਵਾਰ-ਵਾਰ ਕਹਿ ਰਿਹਾ ਕਿ ਮੈਂ ਸਿਆਸੀ ਲੋਕਾਂ ਦੇ ਦੂਸ਼ਣਬਾਜ਼ੀ 'ਚ ਮੈਂ ਨਹੀਂ ਪੈਂਦਾ। ਹਾਂਜੀ, ਇਹ ਇਹਨਾਂ ਦੀ ਆਪਣੀ ਸਿਆਸਤ ਕਰੀ ਜਾਣ। ਗੱਲ ਤਾਂ ਮੈਂ ਲੋਕਾਂ ਦੀ ਕਰ ਰਿਹਾ। ਸਿਚੁਏਸ਼ਨ ਕੀ ਹੈ ਉਹ ਮੈਂ ਤੁਹਾਨੂੰ ਐਕਸਪਲੇਨ ਕਰਤੀ ਕਿ ਇਹ ਕਿਉਂ ਇਸ ਅੱਜ ਵੀ ਆਪਾਂ ਦੇਖੀਏ ਜੋ ਨੈਸ਼ਨਲ ਲੈਵਲ 'ਤੇ ਹੋ ਰਿਹਾ। ਨੈਸ਼ਨਲ ਲੈਵਲ 'ਤੇ BJP ਦੇ ਲੀਡਰ, ਈਵਨ ਇਹਨਾਂ ਚੀਫ ਮਿਨਿਸਟਰ ਹਵਨ ਕਰ ਰਹੇ ਹੈ ਮੋਦੀ ਜੀ ਦੀ ਲੰਬੀ ਉਮਰ ਵਾਸਤੇ। ਅਸੀਂ ਵੀ ਚਾਹੁੰਦੇ ਕਿ ਮੋਦੀ ਸਾਹਿਬ ਦੀ ਉਮਰ ਬਹੁਤ ਲੰਬੀ ਹੋਵੇ, ਹਰ ਬੰਦਾ ਚਾਹੁੰਦਾ। ਲੇਕਿਨ ਜਿਸ ਤਰੀਕੇ ਨਾਲ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ, ਉਹਦੇ ਪਿੱਛੇ ਕੋਈ ਖਾਸ ਮਕਸਦ ਲੱਗਦਾ ਮੈਨੂੰ। ਮਕਸਦ UP ਦੀ ਇਲੈਕਸ਼ਨ ਹੋ ਸਕਦੀ ਹੈ, ਪੰਜਾਬ ਨਹੀਂ। ਇਹ ਪੰਜਾਬ ਤੋਂ ਇਹਨਾਂ ਨੂੰ ਇੱਕ ਸਿਆਸਤ ਡਿਜ਼ਾਈਨ ਕਰਨ ਦਾ ਮੌਕਾ ਮਿਲ ਗਿਆ। ਮੋਦੀ ਜੀ ਆਲਟਰਨੇਟਿਵ ਰੂਟ ਤੋਂ ਵੀ ਮੇਰੇ ਖਿਆਲ 'ਚ ਫਿਰੋਜ਼ਪੁਰ ਜਾ ਸਕਦੇ ਸੀ। ਇਸ ਤੋਂ ਬਾਅਦ ਤੁਹਾਨੂੰ BJP ਦਾ ਪੰਜਾਬ ਦੇ ਵਿੱਚ ਭਵਿੱਖ ਕੀ ਲੱਗਦਾ ਹੈ? ਕੁਰਸੀਆਂ ਖਾਲੀ ਦਿਖੀਆਂ ਉੱਥੇ, PM ਨੂੰ ਰੈਲੀ ਰੱਦ ਕਰਨੀ ਪਈ, ਕਾਰਨ ਕੋਈ ਵੀ ਰਿਹਾ ਹੋਵੇ। ਹਾਲਾਂਕਿ ਸੁਰੱਖਿਆ ਦੇ ਵਿੱਚ ਕੋਤਾਹੀ ਦੀ ਗੱਲ ਕੀਤੀ ਜਾ ਰਹੀ ਹੈ, ਕਾਰਨ ਜੋ ਮਰਜ਼ੀ ਹੋਵੇ, ਪਰ ਹੁਣ ਤੁਹਾਨੂੰ ਸਿਰ ਦੇ ਉੱਪਰ ਚੋਣਾਂ ਨੇ। ਤੁਹਾਨੂੰ ਕੀ ਲੱਗਦਾ BJP ਦਾ ਭਵਿੱਖ ਪੰਜਾਬ ਦੇ ਵਿੱਚ ਕਿਹੋ ਜਿਹਾ ਨਜ਼ਰ ਆ ਰਿਹਾ? ਮੈਨੂੰ ਜਿਹੜਾ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਭਵਿੱਖ ਸੀ ਨਾ, ਮੈਨੂੰ ਅੱਜ ਵੀ ਉਹੀ ਭਵਿੱਖ ਹੀ ਲੱਗਦਾ ਹੈ। ਇਹਨਾਂ ਦਾ ਭਵਿੱਖ ਪੰਜਾਬ ਵਿੱਚ ਕਦੇ ਵੀ ਨਹੀਂ ਸੀ। ਇਹ ਪਾਰਟੀ ਆਪਣੇ ਆਪ ਕਦੇ ਚੋਣਾਂ ਨਹੀਂ ਜਿੱਤੀ। 1997 ਤੋਂ ਲੈ ਕੇ ਅੱਜ ਤੱਕ ਇਹ ਅਕਾਲੀ ਦਲ ਦੇ ਸਹਾਰੇ ਸੀਟਾਂ ਜਿੱਤਦੀ ਰਹੀ ਜਿੰਨੀਆਂ ਆਉਂਦੀਆਂ ਸੀਗੀਆਂ। ਜਦੋਂ BJP ਆਪਣੇ ਸਿਰ 'ਤੇ ਇਲੈਕਸ਼ਨ ਲੜੀ ਹੈ ਕੋਈ ਕਦੇ ਕੋਈ, ਤਾਂ ਦੇਖ ਲਓ ਵੀ ਇਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਅਤੇ ਕਿੰਨੀ ਇਹ ਜਿੱਤੇ ਹੈ। 92 ਦੀ ਇਲੈਕਸ਼ਨ ਬਾਈਕਾਟ ਦੀ ਇਲੈਕਸ਼ਨ ਸੀ, ਉਹ ਨਾਰਮਲ ਨਹੀਂ ਸੀ, ਉਹਨੂੰ ਪਾਸੇ ਕਰ ਦਿਓ, ਉਹਦੀ ਕੋਈ ਅਹਿਮੀਅਤ ਨਹੀਂ। BJP ਦਾ ਪੰਜਾਬ ਵਿੱਚ ਕੋਈ ਬੇਸ ਨਹੀਂ ਹੈ। 20 ਸਾਲ ਪਹਿਲਾਂ ਵੀ ਨਹੀਂ ਸੀ ਆ ਸਕਦੀ, ਅੱਜ ਵੀ ਨਹੀਂ ਆ ਸਕਦੀ। ਇਹ ਜੋ ਮਰਜ਼ੀ ਆਪਣਾ ਮੋਬਲਾਈਜ਼ ਕਰ ਲੈਣ, ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਲੈਣ, ਹੁਣ ਇਹ ਵੰਡਣ ਦੀ ਕੋਸ਼ਿਸ਼ ਹੈ। ਲੇਕਿਨ ਇਹ ਸਿਆਸਤ ਪੰਜਾਬ ਵਿੱਚ ਕਾਮਯਾਬ ਨਹੀਂ ਹੁੰਦੀ। ਪੰਜਾਬ ਨੇ ਇਹੀ ਸਿਆਸਤ ਇਹਨਾਂ ਦੀ ਇਸ ਕਿਸਾਨ ਸਟਰਗਲ ਦੇ ਰਾਹੀਂ ਫੇਲ ਕੀਤੀ ਹੈ ਨੈਸ਼ਨਲ ਲੈਵਲ 'ਤੇ। ਇਸੇ ਕਰਕੇ ਹੀ ਜਿਹੜੀ BJP ਹੈ ਉਹ ਕਿਸਾਨ ਸਟਰਗਲ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਤਾਂ ਕਿ ਇਹ ਆਪਣੀ ਵੰਡ ਪਾਓ ਸਿਆਸਤ ਨੂੰ ਇਹਦੇ ਸਿਰ 'ਤੇ ਅੱਗੇ ਵਧਾ ਸਕਣ। ਫਿਰੋਜ਼ਪੁਰ ਦੀ ਘਟਨਾ ਤੋਂ ਬਾਅਦ ਇੱਕ ਸੀਨੀਅਰ ਪੱਤਰਕਾਰ ਦੇ ਤੌਰ 'ਤੇ ਤੁਹਾਡਾ ਵਿਚਾਰ ਕੀ ਹੈ? ਹੁਣ ਰਾਜਨੀਤੀ ਕਿਹੜੇ ਪਾਸੇ ਨੂੰ ਜਾ ਸਕਦੀ ਹੈ? ਕਿਹੜੇ ਪਾਸੇ ਨੂੰ ਕੀ ਵਾਪਰ ਸਕਦਾ? ਨਹੀਂ, ਪੰਜਾਬ ਦੇ ਵਿੱਚ ਜਿਹੜੀ ਸਿਆਸਤ ਹੈ
ਉਹਦੇ ਵਿੱਚੋਂ ਹੁਣ ਬੀਜੇਪੀ ਇੱਕ ਵਾਰੀ ਫਿਰ ਬਿਲਕੁਲ ਹੀ ਹਾਸ਼ੀਏ 'ਤੇ ਚਲੀ ਗਈ। ਕੈਪਟਨ ਸਾਹਿਬ ਸਿੱਧਾ ਹਿੱਟ ਹੋਏ ਆ, ਬੀਜੇਪੀ ਵੀ ਹਿੱਟ ਹੁੰਦੀ ਹੈ। ਸੋ ਇਹਦੇ ਨਾਲ ਇੱਕ ਨਵੀਂ ਜਿਹੜੀ ਪੰਜਵੀਂ ਧਿਰ ਬਣ ਰਹੀ ਸੀ ਨਾ, ਉਹ ਹੁਣ ਬਣ ਨਹੀਂ ਸकेਗੀ ਉਹਨੇ ਜ਼ੋਰ ਸ਼ੋਰ ਨਾਲ। ਜਿਹੜੀ ਉਹ ਵੋਟ ਸੈਕਸ਼ਨ ਹੈ ਉਹ ਬਾਕੀਆਂ 'ਤੇ ਡਿਵਾਈਡ ਹੋ ਜਾਏਗਾ। ਉਹ ਕਿੱਧਰ ਜਾਏਗਾ ਜ਼ਿਆਦਾ, ਉਹ ਹੌਲੀ ਹੌਲੀ ਸਮਝ ਆਏਗੀ ਜਦੋਂ ਕੈਂਡੀਡੇਟ ਖੜੇ ਹੋਣਗੇ। ਇਹਦਾ ਸਿੱਧਾ ਅਸਰ ਪੰਜਾਬ 'ਤੇ ਵੀ ਪੈਂਦਾ ਹੈ ਅਤੇ ਅਲਟੀਮੇਟਲੀ ਯੂਪੀ ਦੀ ਸਿਆਸਤ 'ਤੇ ਪੈਂਦਾ ਹੈ। ਸਾਰੀ ਗੱਲ ਆਖਰੀ ਸਵਾਲ ਕਰਦਾ ਮੈਂ, ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ, ਬੀਜੇਪੀ ਦਾ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਵੱਡਾ ਨੁਕਸਾਨ ਹੋ ਚੁੱਕਿਆ ਹੈ। ਇਹਨਾਂ ਪਾਰਟੀਆਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਹੱਕ ਦੇ ਵਿੱਚ ਲੋਕ ਜ਼ਿਆਦਾ ਭੁਗਤ ਸਕਦੇ ਨੇ? ਅਕਾਲੀ ਦਲ ਦਾ ਤੁਸੀਂ ਕਿੱਥੇ ਖੜਾ ਮੰਨਦੇ ਹੋ ਕਿ ਅਕਾਲੀ ਦਲ ਕਿੱਥੇ ਖੜਾ ਹੈ, ਕਾਂਗਰਸ ਕਿੱਥੇ ਖੜੀ ਹੈ, ਤੇ ਆਮ ਆਦਮੀ ਪਾਰਟੀ ਕਿੱਥੇ? ਮੈਂ ਪਹਿਲਾਂ ਆਮ ਆਦਮੀ ਪਾਰਟੀ ਦੀ ਹੀ ਗੱਲ ਕਰੂੰਗਾ। 2017 ਦੇ ਇਲੈਕਸ਼ਨ ਵੇਲੇ ਆਪ ਦਾ ਇੱਕ ਬਹੁਤ ਵੱਡਾ ਉਭਾਰ ਲੱਗ ਰਿਹਾ ਸੀਗਾ, ਸੀਟਾਂ 20 ਆਈਆਂ ਸੀਗੀਆਂ। ਇਸ ਪਾਰਟੀ ਨੂੰ ਜਿਸ ਤਰ੍ਹਾਂ ਬੀਜੇਪੀ ਕਰਦੀ ਹੈ, ਇੱਕ ਨੋਇਸ ਕ੍ਰੀਏਟ ਕਰਨ ਦੀ ਇਹਨਾਂ ਨੂੰ ਸਕਿੱਲ ਹੈ। ਇਹ ਪੂਰਾ ਜਤਾ ਦਿੰਦੇ ਹੈ ਕਿ ਅਸੀਂ ਜਿੱਤ ਕੇ ਆ ਰਹੇ ਹਾਂ। ਹੁਣ ਵੀ ਉਹਨਾਂ ਦੀ ਕੰਪੇਨ ਇਹੀ ਚੱਲ ਰਹੀ ਹੈ, ਲੇਕਿਨ ਅੱਜ ਤੱਕ ਉਹਨਾਂ ਕੋਲ ਲੀਡਰ ਨਹੀਂ ਹੈ, ਨਾ ਏਜੰਡਾ ਹੈ। ਇਹ ਪਾਰਟੀ ਨਾਨ ਆਈਡੀਓਲੋਜੀਕਲ ਹੈ, ਜਿਹਦਾ ਆਪਣਾ ਕੋਈ ਸਿਧਾਂਤ ਹੈ ਨਹੀਂ। ਪੰਜਾਬ ਨੂੰ ਉਹ ਪਾਰਟੀ ਦੀ ਲੋੜ ਹੈਗੀ ਹੈ ਜਿਹਦੀ ਕੋਈ ਆਈਡੀਓਲੋਜੀ ਹੋਵੇ, ਪੰਜਾਬ ਨਾਲ ਸੰਬੰਧ ਹੋਵੇ। ਪੰਜਾਬ ਨਾਰਮਲ ਸਟੇਟ ਨਹੀਂ ਹੈ। ਕਾਂਗਰਸ ਸੱਤਾ ਦੇ ਵਿੱਚ ਹੈ, ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹਨੂੰ ਐਂਟੀ ਇਨਕੰਬੈਂਸੀ ਪੁੱਟਣੀ ਪੈਂਦੀ ਹੈ। ਅਕਾਲੀ ਦਲ ਹਾਲੇ ਵੀ ਜਿਹੜਾ ਬਰਗਾੜੀ ਦਾ ਬਲਾਟ ਹੈ ਉਹ ਲੈ ਕੇ ਚੱਲ ਰਿਹਾ। ਸੋ ਹਰ ਪਾਰਟੀ ਦੀ ਆਪਣੀ ਆਪਣੀ ਸਮੱਸਿਆ ਹੈ। ਸੋ ਇਸ ਕਰਕੇ ਪੰਜਾਬ ਦੀ ਜਿਹੜੀ ਇਹ ਸਥਿਤੀ ਹੈ ਇਹ ਹੌਲੀ ਹੌਲੀ ਸਾਫ਼ ਹੋਏਗੀ। ਅੱਜ ਦੀ ਡੇਟ ਦੇ ਵਿੱਚ ਆਲਮੋਸਟ ਇੱਕੋ ਜਿਹਾ ਕੰਮ ਚੱਲ ਰਿਹਾ ਸਾਰਿਆਂ ਦਾ। ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ ਗੱਲਬਾਤ ਕਰਨ ਦੇ ਲਈ। ਇਹ ਸਨ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਗੱਲਬਾਤ ਕਰ ਰਹੇ ਸਨ। ਜੋ ਫਿਰੋਜ਼ਪੁਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਈ ਹੈ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਨਾਲ ਪੂਰੇ ਦੇਸ਼ ਦੀ ਸਿਆਸਤ ਦੇ ਵਿੱਚ ਹਲਚਲ ਹੈ। ਵੱਖ-ਵੱਖ ਲੀਡਰਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਨੇ। ਬਹੁ ਗਿਣਤੀ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਜੋ ਕਿ ਪ੍ਰਧਾਨ ਮੰਤਰੀ ਨੇ, ਉਹਨਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਵਰਤੀ ਗਈ ਹੈ। ਕਾਂਗਰਸ ਨੇ ਕਿਹਾ ਹੈ ਕਿ ਕੋਈ ਕੁਤਾਹੀ ਨਹੀਂ ਵਰਤੀ ਗਈ। CM ਚੰਨੀ ਨੇ ਵੀ ਕਿਹਾ ਕਿ ਕੋਈ ਕੁਤਾਹੀ ਨਹੀਂ ਵਰਤੀ ਗਈ। ਪਰ ਸੀਨੀਅਰ ਪੱਤਰਕਾਰ ਤੇ ਜਿਹੜਾ ਬੁੱਧੀਜੀਵੀ ਵਰਗ ਆ, ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ BJP ਦੇ ਪੈਰ ਨਹੀਂ ਲੱਗ ਰਹੇ। ਕੱਲ੍ਹ ਜੋ ਕੁਰਸੀਆਂ ਖਾਲੀ ਰਹੀਆਂ ਉਸ ਨੂੰ ਢੱਕਣ ਦੇ ਲਈ ਕਿਤੇ ਨਾ ਕਿਤੇ BJP ਦੇ ਵੱਲੋਂ ਵੀ ਸਿਆਸਤ ਖੇਡੀ ਜਾ ਰਹੀ ਹੈ। ਕੈਮਰਾਮੈਨ ਗੁਰਦੇਵ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਚੰਡੀਗੜ੍ਹ।